हाँ जी प्यारे बच्चों नमस्कार। अज आपां जमात 9वीं विशा साइंस अध्याय नंबर 4 परमाणु की ਬਣਤਰ ਦੇ प्रश्न उत्तर करांगे। अध्याय अंदरले प्रश्न। प्रश्न नंबर 1 कैनाल किरणां की हन? उत्तर कैथोड रे ट्यूब विच एनोड तो कैथोड वल जाण वाले ਧਨ ਚਾਰਜਿਤ ਕਣਾਂ ਨੂੰ ਕੈਨਾਲ ਕਿਰਨਾਂ ਕਹਿੰਦੇ ਹਨ। ਪ੍ਰਸ਼ਨ ਨੰਬਰ 2 ਜੇ ਕਿਸੇ ਪਰਮਾਣੂ ਵਿੱਚ ਇੱਕ ਇਲੈਕਟ੍ਰਾਨ ਅਤੇ ਇੱਕ ਪ੍ਰੋਟਾਨ ਹੈ ਤਾਂ ਇਸ ਵਿੱਚ ਕੋਈ ਚਾਰਜਿਤ ਹੋਵੇਗਾ ਜਾਂ ਨਹੀਂ? ਉੱਤਰ ਕਿਉਂਕਿ ਪ੍ਰੋਟਾਨ ਧਨ ਚਾਰਜਿਤ ਅਤੇ ਇਲੈਕਟ੍ਰਾਨ ऋण ਚਾਰਜਿਤ ਕਣ ਹੈ, ਇਸ ਲਈ ਇੱਕ ਪ੍ਰੋਟਾਨ ਅਤੇ ਇੱਕ ਇਲੈਕਟ੍ਰਾਨ ਵਾਲੇ ਤੱਤ ਉੱਤੇ ਕੋਈ ਚਾਰਜ ਨਹੀਂ ਹੋਵੇਗਾ। ਪ੍ਰਸ਼ਨ ਪਰਮਾਣੂ ਉਦਾਸੀਨ ਹੈ, ਇਸ ਤੱਥ ਨੂੰ ਥਾਮਸਨ ਦੇ ਮਾਡਲ ਦੇ ਆਧਾਰ ਤੇ ਸਪਸ਼ਟ ਕਰੋ। ਉੱਤਰ ਥਾਮਸਨ ਦੇ ਪਰਮਾਣੂ ਮਾਡਲ ਅਨੁਸਾਰ ਪਰਮਾਣੂ ਵਿੱਚ ऋणात्मक ਅਤੇ ਧਨਾਤਮਕ ਚਾਰਜ ਮਾਤਰਾ ਵਿੱਚ ਸਮਾਨ ਹੁੰਦੇ ਹਨ, ਇਸ ਲਈ ਪਰਮਾਣੂ ਉਦਾਸੀਨ ਹੈ। ਪ੍ਰਸ਼ਨ ਰਦਰਫੋਰਡ ਦੇ ਪਰਮਾਣੂ ਮਾਡਲ ਅਨੁਸਾਰ ਪਰਮਾਣੂ ਦੇ ਨਾਭਿਕ ਵਿੱਚ ਕਿਹੜਾ ਅਪਰਮਾਣੁਕ ਕਣ ਮੌਜੂਦ ਹੈ? ਉੱਤਰ ਪ੍ਰੋਟਾਨ। ਪ੍ਰਸ਼ਨ ਕੀ ਅਲਫਾ ਕਣਾਂ ਦਾ ਖੰਡਾਊ ਪ੍ਰਯੋਗ ਸੋਨੇ ਤੋਂ ਇਲਾਵਾ ਦੂਜੀ ਧਾਤ ਦੀ ਪੱਤੀ ਨਾਲ ਸੰਭਵ ਹੋਵੇਗਾ? ਉੱਤਰ ਹਾਂ, ਅਲਫਾ ਕਣਾਂ ਦਾ ਖਿੰਡਾਊ ਯੋਗ ਕਿਸੇ ਹੋਰ ਧਾਤ ਨਾਲ ਵੀ ਲਗਭਗ ਸੋਨੇ ਵਰਗੇ ਹੀ ਨਤੀਜੇ ਦੇਵੇਗਾ, ਪਰ ਕਿਉਂਕਿ ਬਾਕੀ ਧਾਤਾਂ ਸੋਨੇ ਵਾਂਗ ਕੁਟੀਣਯੋਗ ਨਹੀਂ ਹਨ, ਇਸ ਲਈ ਵੱਧ ਅਲਫਾ ਕਣ ਵਾਪਿਸ ਮੁੜਨਗੇ। ਪ੍ਰਸ਼ਨ ਪਰਮਾਣੂ ਦੇ 3 ਨਿੱਕੜੇ ਅੰਗਾਂ ਦੇ ਨਾਂ ਲਿਖੋ। ਉੱਤਰ ਪ੍ਰੋਟਾਨ, ਇਲੈਕਟ੍ਰਾਨ ਅਤੇ ਨਿਊਟਰਾਨ। ਅੱਗੇ ਪ੍ਰਸ਼ਨ ਹੀਲੀਅਮ ਪਰਮਾਣੂ ਦਾ ਪਰਮਾਣੂ ਪੁੰਜ 4U ਹੈ ਅਤੇ ਉਸ ਦੇ ਨਾਭਿਕ ਵਿੱਚ 2 ਪ੍ਰੋਟਾਨ ਹੁੰਦੇ ਹਨ, ਇਸ ਵਿੱਚ ਕਿੰਨੇ ਨਿਊਟਰਾਨ ਹੋਣਗੇ? ਉੱਤਰ ਨਿਊਟਰਾਨ A-P ਬਰਾਬਰ 4-2 ਬਰਾਬਰ 2। ਪ੍ਰਸ਼ਨ ਕਾਰਬਨ ਅਤੇ ਸੋਡੀਅਮ ਦੇ ਪਰਮਾਣੂਆਂ ਲਈ ਇਲੈਕਟ੍ਰਾਨ ਵੰਡ ਲਿਖੋ। ਉੱਤਰ ਕਾਰਬਨ (Z ਬਰਾਬਰ 6 ਬਰਾਬਰ 2,4) ਸੋਡੀਅਮ Z ਬਰਾਬਰ 11 2,8,1। ਪ੍ਰਸ਼ਨ ਜੇ ਕਿਸੇ ਪਰਮਾਣੂ ਦਾ K ਅਤੇ L ਸੈੱਲ ਭਰਿਆ ਹੈ ਤਾਂ ਉਸ ਪਰਮਾਣੂ ਵਿੱਚ ਇਲੈਕਟ੍ਰਾਨਾਂ ਦੀ ਸੰਖਿਆ ਕੀ ਹੋਵੇਗੀ? ਉੱਤਰ ਇਲੈਕਟ੍ਰਾਨਾਂ ਦੀ ਸੰਖਿਆ 2 + 8 ਬਰਾਬਰ 10 ਹੈ। ਪ੍ਰਸ਼ਨ ਕਲੋਰੀਨ, ਸਲਫਰ ਅਤੇ ਮੈਗਨੇਸ਼ੀਅਮ ਦੀ ਪਰਮਾਣੂ ਸੰਖਿਆ ਤੋਂ ਤੁਸੀਂ ਇਹਨਾਂ ਦੀ ਸੰਯੋਗਤਾ ਕਿਵੇਂ ਪ੍ਰਾਪਤ ਕਰੋਗੇ? ਉੱਤਰ ਕਲੋਰੀਨ Z ਬਰਾਬਰ 17 ਬਰਾਬਰ 2,8,7। ਕਲੋਰੀਨ ਨੂੰ ਆਪਣਾ ਬਾਹਰਲਾ ਸੈੱਲ ਭਰਨ ਲਈ ਇੱਕ ਇਲੈਕਟ੍ਰਾਨ ਦੀ ਲੋੜ ਹੈ, ਇਸ ਲਈ ਇਸ ਦੀ ਸੰਯੋਗਤਾ -1 ਹੈ। ਆੜਾ ਸਲਫਰ Z बराबर 16
ਬਰਾਬਰ 2,8,6। ਸਲਫਰ ਨੂੰ ਆਪਣਾ ਬਾਹਰਲਾ ਸੈੱਲ ਭਰਨ ਲਈ 2 ਇਲੈਕਟ੍ਰਾਨਾਂ ਦੀ ਲੋੜ ਹੈ, ਇਸ ਲਈ ਇਸ ਦੀ ਸੰਯੁਕਤਾ -2 ਹੈ। ਈਡੀ ਮੈਗਨੇਸ਼ੀਅਮ Z ਬਰਾਬਰ 12 ਬਰਾਬਰ 2,8,2। ਕਲੋਰੀਨ ਨੂੰ ਆਪਣਾ ਬਾਹਰਲਾ ਸੈੱਲ ਖਾਲੀ ਕਰਨ ਲਈ 2 ਇਲੈਕਟ੍ਰਾਨਾਂ ਦੀ ਲੋੜ ਹੈ, ਇਸ ਲਈ ਇਸ ਦੀ ਸੰਯੁਕਤਾ +2 ਹੈ। ਪ੍ਰਸ਼ਨ, ਜੋ ਕਿਸੇ ਪਰਮਾਣੂ ਵਿੱਚ ਇਲੈਕਟ੍ਰਾਨਾਂ ਦੀ ਸੰਖਿਆ 8 ਹੈ ਤਾਂ ਪ੍ਰੋਟਾਨਾਂ ਦੀ ਸੰਖਿਆ ਵੀ 8 ਹੈ, ਤਾਂ ਉਸ ਪਰਮਾਣੂ ਦੀ ਪਰਮਾਣੂ ਸੰਖਿਆ ਕੀ ਹੈ? ਉੱਤਰ ਹੈਗਾ 8। ਪ੍ਰਸ਼ਨ, ਸਮਸਥਾਨਿਕ ਅਤੇ ਸੰਪਰਕ ਦੇ ਕਿਸੇ ਇੱਕ ਜੋੜੇ ਦੀ ਇਲੈਕਟ੍ਰਾਨਿਕ ਤਰਤੀਬ ਲਿਖੋ। ਉੱਤਰ ਊੜਾ ਸਮਸਥਾਨਿਕ। ਸਮਸਥਾਨਿਕ ਇੱਕ ਹੀ ਤੱਤ ਦੇ ਪਰਮਾਣੂ ਹਨ ਜਿਨ੍ਹਾਂ ਦੀ ਪੁੰਜ ਸੰਖਿਆ ਵੱਖ-ਵੱਖ ਹੁੰਦੀ ਹੈ। ਉਦਾਹਰਨ ਵਜੋਂ ਕਾਰਬਨ ਦੇ ਸਮਸਥਾਨਿਕ 6C12 ਅਤੇ 6C14 ਅਤੇ ਹਨ। ਇਹਨਾਂ ਦੀ ਇਲੈਕਟ੍ਰਾਨੀ ਤਰਤੀਬ Z ਬਰਾਬਰ 6 ਬਰਾਬਰ 2,4 ਹੈ। ਊੜਾ ਸੰਪਰਕ। ਸੰਪਰਕ ਉਹ ਪਰਮਾਣੂ ਹਨ ਜਿਨ੍ਹਾਂ ਦੀ ਪੁੰਜ ਸੰਖਿਆ ਬਰਾਬਰ ਪਰ ਪਰਮਾਣੂ ਸੰਖਿਆ ਵੱਖ-ਵੱਖ ਹੁੰਦੀ ਹੈ। ਉਦਾਹਰਨ ਵਜੋਂ 6C12 ਅਤੇ 7C14 ਸੰਪਰਕ ਹਨ। ਕਾਰਬਨ ਦੀ ਇਲੈਕਟ੍ਰਾਨੀ ਤਰਤੀਬ Z ਬਰਾਬਰ 6 2,4 ਅਤੇ ਨਾਈਟ੍ਰੋਜਨ ਦੀ ਇਲੈਕਟ੍ਰਾਨੀ ਤਰਤੀਬ 2 ਬਰਾਬਰ 7 ਬਰਾਬਰ 2,5 ਹੈ। ਅਭਿਆਸ ਦੇ ਪ੍ਰਸ਼ਨ ਉੱਤਰ। ਪ੍ਰਸ਼ਨ, ਇਲੈਕਟ੍ਰਾਨ, ਪ੍ਰੋਟਾਨ ਅਤੇ ਨਿਊਟਰਾਨ ਦੇ ਗੁਣਾਂ ਦੀ ਤੁਲਨਾ ਕਰੋ। ਉੱਤਰ ਗੁਣ। ਚਾਰਜਿਤ ਸਥਿਤੀ। ਅੱਗੇ ਇਲੈਕਟ੍ਰਾਨ ਰਿਣ ਚਾਰਜਿਤ ਨਿਊਕਲੀਅਸ ਦੇ ਦੁਆਲੇ ਚੱਕਰ ਲਗਾਉਂਦੇ ਹਨ। ਅੱਗੇ ਪ੍ਰੋਟਾਨ ਧਨ ਚਾਰਜਿਤ ਨਿਊਕਲੀਅਸ ਵਿੱਚ ਮੌਜੂਦ ਹੁੰਦੇ ਹਨ। ਅੱਗੇ ਨਿਊਟਰਾਨ ਕੋਈ ਚਾਰਜ ਨਹੀਂ ਨਿਊਕਲੀਅਸ ਵਿੱਚ ਮੌਜੂਦ ਹੁੰਦੇ ਹਨ। ਪ੍ਰਸ਼ਨ ਨੰਬਰ 2, ਜੇ ਥਾਮਸਨ ਦੇ ਪਰਮਾਣੂ ਮਾਡਲ ਦੀਆਂ ਖਾਮੀਆਂ ਹਨ। ਉੱਤਰ ਨੰਬਰ 1, ਇਹ ਮਾਡਲ ਰਦਰਫੋਰਡ ਦੇ ਐਲਫਾ ਕਣ ਖਿੰਡਾਊ ਪ੍ਰਯੋਗ ਦੀ ਵਿਆਖਿਆ ਨਹੀਂ ਕਰ ਸਕਿਆ। ਨੰਬਰ 2, ਇਸ ਮਾਡਲ ਦਾ ਕੋਈ ਪ੍ਰਯੋਗੀ ਆਧਾਰ ਨਹੀਂ ਹੈ। ਪ੍ਰਸ਼ਨ ਨੰਬਰ 3, ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਹਨ? ਉੱਤਰ ਨੰਬਰ 1, ਇਹ ਮਾਡਲ ਪਰਮਾਣੂ ਦੀ ਸਥਿਰਤਾ ਨੂੰ ਨਹੀਂ ਸਮਝਾ ਸਕਿਆ। ਨੰਬਰ 2, ਇਹ ਮਾਡਲ ਹਾਈਡਰੋਜਨ ਅਤੇ ਹੋਰ ਪਰਮਾਣੂਆਂ ਦੇ ਸਪੈਕਟਰਮ ਬਾਰੇ ਵਿਆਖਿਆ ਨਹੀਂ ਕਰ ਸਕਿਆ। ਪ੍ਰਸ਼ਨ ਨੰਬਰ 4, ਬੋਹਰ ਦੇ ਪਰਮਾਣੂ ਮਾਡਲ ਦੀ ਵਿਆਖਿਆ ਕਰੋ। ਉੱਤਰ ਨੰਬਰ 1, ਪਰਮਾਣੂ ਦਾ ਸਾਰਾ ਧਨ ਚਾਰਜ ਅਤੇ ਲਗਭਗ ਸਾਰਾ ਪੁੰਜ P+N ਪਰਮਾਣੂ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ, ਜਿਸ ਨੂੰ ਨਿਊਕਲੀਅਸ ਜਾਂ ਕੇਂਦਰਿਕ ਕਹਿੰਦੇ ਹਨ। ਅੱਗੇ ਨੰਬਰ 2, ਰਿਣ ਚਾਰਜਿਤ ਇਲੈਕਟ੍ਰਾਨ ਕੁਝ ਵਿਸ਼ੇਸ਼ ਆਰਬਿਟਾਂ ਵਿੱਚ ਚੱਕਰ ਲਗਾਉਂਦੇ ਹਨ। ਨੰਬਰ 3, ਜਦੋਂ
ਇਲੈਕਟ੍ਰਾਨ ਇਸ ਵਿਸ਼ੇਸ਼ ਪਥ ਵਿੱਚ ਚੱਕਰ ਲਗਾਉਂਦੇ ਹਨ ਤਾਂ ਉਹਨਾਂ ਦੀ ਊਰਜਾ ਦਾ ਵਿਕਿਰਣ ਨਹੀਂ ਹੁੰਦਾ। ਨੰਬਰ 4, ਵਿਸ਼ੇਸ਼ ਨਿਸ਼ਚਿਤ ਆਰਬਿਟਾਂ ਨੂੰ ਕੇ, ਐਲ, ਐਮ ਅਤੇ ਐਨ ਆਦਿ ਦਾ ਨਾਮ ਦਿੰਦੇ ਹਨ, ਜੋ n ਬਰਾਬਰ 1, 2, 3 ਨੂੰ ਦਰਸਾਉਂਦੇ ਹਨ। ਪ੍ਰਸ਼ਨ ਨੰਬਰ 5, ਇਸ ਅਧਿਆਇ ਵਿੱਚ ਦਿੱਤੇ ਗਏ ਸਾਰੇ ਪਰਮਾਣੂ ਮਾਡਲਾਂ ਦੀ ਤੁਲਨਾ ਕਰੋ। ਉੱਤਰ, ਥਾਮਸਨ ਦਾ ਮਾਡਲ। ਪਰਮਾਣੂ ਧਨ ਚਾਰਜਿਤ ਗੋਲਾ ਹੈ। ਇਲੈਕਟ੍ਰਾਨ ਪੂਰੇ ਗੋਲੇ ਵਿੱਚ ਕਿਤੇ ਕਿਤੇ ਖੁੱਭੇ ਹੁੰਦੇ ਹਨ। ਅੱਗੇ ਰਾਦਰਫੋਰਡ ਦਾ ਮਾਡਲ। ਧਨ ਚਾਰਜ ਪਰਮਾਣੂ ਦੇ ਕੇਂਦਰ ਵਿੱਚ ਸੰਗਠਿਤ ਹੁੰਦਾ ਹੈ, ਜਿਸ ਨੂੰ ਨਿਊਕਲੀਅਸ ਕਹਿੰਦੇ ਹਨ। ਇਲੈਕਟ੍ਰਾਨ ਨਿਊਕਲੀਅਸ ਦੁਆਲੇ ਕੁਝ ਆਰਬਿਟਾਂ ਚੱਕਰ ਕੱਢਦੇ ਹਨ। ਅੱਗੇ ਬੋਹਰ ਦਾ ਮਾਡਲ। ਧਨ ਚਾਰਜੇ ਪਰਮਾਣੂ ਦੇ ਬੱਚਿਓ ਇੱਥੇ ਚਾਰਜ ਆਊਗਾ, ਚੱਚੇ ਕੰਨਾ ਰਾਰਾ ਜੱਜਾ, ਆ ਲਾਮਾ ਨਹੀਂ ਆਉਂਦਾ, ਕੱਲਾ ਜੱਜਾ ਆਊਗਾ। ਪਰਮਾਣੂ ਦੇ ਕੇਂਦਰ ਵਿੱਚ ਸੰਗਠਿਤ ਹੁੰਦੇ ਹਨ, ਜਿਸ ਨੂੰ ਨਿਊਕਲੀਅਸ ਕਹਿੰਦੇ ਹਨ। ਇਲੈਕਟ੍ਰਾਨ ਨਿਊਕਲੀਅਸ ਦੁਆਲੇ ਕੁਝ ਨਿਸ਼ਚਿਤ ਆਰਬਿਟਾਂ ਚੱਕਰ ਕੱਢਦੇ ਹਨ। ਪ੍ਰਸ਼ਨ ਨੰਬਰ 6, ਪਹਿਲੇ 18 ਤੱਤਾਂ ਦੇ ਵੱਖ-ਵੱਖ ਸੈੱਲਾਂ ਵਿੱਚ ਇਲੈਕਟ੍ਰਾਨ ਵੰਡ ਦੇ ਨਿਯਮ ਨੂੰ ਲਿਖੋ। ਉੱਤਰ, N-ਵੇਂ ਸੈੱਲ ਵਿੱਚ 2N2 ਇਲੈਕਟ੍ਰਾਨ ਹੁੰਦੇ ਹਨ। ਇਸ ਲਈ ਪਹਿਲੇ 18 ਤੱਤਾਂ ਲਈ ਇਲੈਕਟ੍ਰਾਨੀ ਵੰਡ 2,8 ਅਨੁਸਾਰ ਹੁੰਦੀ ਹੈ। ਪ੍ਰਸ਼ਨ ਨੰਬਰ 7, ਸਿਲੀਕਾਨ ਅਤੇ ਆਕਸੀਜਨ ਦੀ ਉਦਾਹਰਨ ਲੈ ਕੇ ਸੰਯੋਗਤਾ ਦੀ ਪਰਿਭਾਸ਼ਾ ਦਿਓ। ਉੱਤਰ, ਸੰਯੋਗਤਾ ਆਪਣੇ ਬਾਹਰੀ ਸੈੱਲ ਦਾ ਅਸ਼ਟਕ ਪੂਰਾ ਕਰਨ ਲਈ ਇੱਕ ਪਰਮਾਣੂ ਕਿਸੇ ਹੋਰ ਪਰਮਾਣੂ ਨੂੰ ਜਿੰਨੇ ਇਲੈਕਟ੍ਰਾਨ ਦਿੰਦਾ ਹੈ ਜਾਂ ਪ੍ਰਾਪਤ ਕਰਦਾ ਹੈ ਜਾਂ ਸਾਂਝੇ ਕਰਦਾ ਹੈ, ਉਸ ਨੂੰ ਪਰਮਾਣੂ ਦੀ ਸੰਯੋਗਤਾ ਕਹਿੰਦੇ ਹਨ। ਸਿਲੀਕਾਨ Z ਬਰਾਬਰ 14 ਬਰਾਬਰ 2, 8, 4 ਬਾਹਰੀ ਸੈੱਲਾਂ ਵਿੱਚ 8 ਇਲੈਕਟ੍ਰਾਨ ਪੂਰੇ ਕਰਨ ਲਈ ਸਿਲੀਕਾਨ 4 ਇਲੈਕਟ੍ਰਾਨ ਕਿਸੇ ਹੋਰ ਪਰਮਾਣੂ ਨਾਲ ਸਾਂਝੇ ਕਰਦਾ ਹੈ। ਇਸ ਲਈ ਸਿਲੀਕਾਨ ਦੀ ਸੰਯੋਗਤਾ 4 ਹੈ। ਆਕਸੀਜਨ Z ਬਰਾਬਰ 8, 2, 6 ਬਾਹਰੀ ਸੈੱਲ ਵਿੱਚ 8 ਇਲੈਕਟ੍ਰਾਨ ਪੂਰੇ ਕਰਨ ਲਈ ਆਕਸੀਜਨ 2 ਇਲੈਕਟ੍ਰਾਨ ਕਿਸੇ ਹੋਰ ਪਰਮਾਣੂ ਤੋਂ ਪ੍ਰਾਪਤ ਕਰਦਾ ਹੈ। ਇਸ ਲਈ ਆਕਸੀਜਨ ਦੀ ਸੰਯੋਗਤਾ 2 ਹੈ। ਪ੍ਰਸ਼ਨ ਨੰਬਰ 8, ਉਦਾਹਰਨ ਸਹਿਤ ਵਿਆਖਿਆ ਕਰੋ। ਪਰਮਾਣੂ ਸੰਖਿਆ, ਪੁੰਜ ਸੰਖਿਆ, ਸਮਸਥਾਨਿਕ ਅਤੇ ਸੰਪਾਰਿਕ। ਸਮਸਥਾਨਿਕਾਂ ਦੇ ਕੋਈ 2 ਲਾਭ ਲਿਖੋ। ਉੱਤਰ, ਊੜਾ ਪਰਮਾਣੂ ਸੰਖਿਆ Z ਕਿਸੇ ਪਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਪ੍ਰੋਟਾਨਾਂ ਦੀ ਗਿਣਤੀ ਨੂੰ ਪਰਮਾਣੂ ਸੰਖਿਆ ਕਹਿੰਦੇ ਹਨ। ਉਦਾਹਰਨ ਵਜੋਂ ਕਾਰਬਨ ਦੇ ਨਿਊਕਲੀਅਸ ਵਿੱਚ 6 ਪ੍ਰੋਟਾਨ ਹਨ, ਇਸ ਲਈ ਇਸ ਦੀ ਪਰਮਾਣੂ ਸੰਖਿਆ 6 ਹੈ। ਆੜਾ ਪੁੰਜ ਸੰਖਿਆ A ਕਿਸੇ ਪਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਊਟਰਾਨਾਂ ਦੇ ਜੋੜ ਨੂੰ ਪੁੰਜ ਸੰਖਿਆ ਬੱਚਿਓ ਇਹ ਪੁੰਜ ਹੈ, ਥੱਲੇ ਔਂਕੜ ਪੱਪੇ ਨੂੰ ਔਂਕੜ ਉੱਤੇ ਟਿੱਪੀ ਜੱਜਾ ਪੁੰਜ ਸੰਖਿਆ ਕਹਿੰਦੇ ਹਨ। ਉਦਾਹਰਨ ਵਜੋਂ ਕਾਰਬਨ
ਦੇ ਨਿਊਕਲੀਅਸ ਵਿੱਚ 6 ਪ੍ਰੋਟਾਨ ਅਤੇ 6 ਨਿਊਟਰਾਨ ਹਨ। ਇਸ ਲਈ ਇਸ ਦੀ ਪੁੰਜ ਸੰਖਿਆ 6 ਹੈ। ਈਡੀ ਸਮਸਥਾਨਿਕ ਜਾਂ ਆਈਸੋਟੋਪ। ਸਮਸਥਾਨਿਕ ਇੱਕ ਹੀ ਤੱਤ ਦੇ ਪਰਮਾਣੂ ਹਨ ਜਿਨ੍ਹਾਂ ਦੀ ਪੁੰਜ ਸੰਖਿਆ ਵੱਖ-ਵੱਖ ਹੁੰਦੀ ਹੈ। ਉਦਾਹਰਨ ਵਜੋਂ ਕਾਰਬਨ ਦੇ ਸਮਸਥਾਨਿਕ 6C12 ਅਤੇ 6C14 ਹਨ। ਸੱਸਾ ਸੰਪਰਕ ਜਾਂ ਆਈਸੋਬਾਰ। ਸੰਪਰਕ ਉਹ ਪਰਮਾਣੂ ਹਨ ਜਿਨ੍ਹਾਂ ਦੀ ਪੁੰਜ ਸੰਖਿਆ ਬਰਾਬਰ ਪਰ ਪਰਮਾਣੂ ਸੰਖਿਆ ਵੱਖ-ਵੱਖ ਹੁੰਦੀ ਹੈ। ਉਦਾਹਰਨ ਵਜੋਂ 6C12 ਅਤੇ 7C14 ਸੰਪਰਕ ਹਨ। ਸਮਸਥਾਨਕਾਂ ਦੇ ਲਾਭ। ਨੰਬਰ 1, ਯੂਰੇਨੀਅਮ ਦੇ ਇੱਕ ਸਮਸਥਾਨਕ ਦੀ ਵਰਤੋਂ ਪਰਮਾਣੂ ਭੱਠੀ ਵਿੱਚ ਬਾਲਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਨੰਬਰ 2, ਕੈਂਸਰ ਦੇ ਇਲਾਜ ਵਿੱਚ ਕੋਬਾਲਟ ਦੇ ਸਮਸਥਾਨਿਕ ਦੀ ਵਰਤੋਂ ਹੁੰਦੀ ਹੈ। ਨੰਬਰ 3, ਥਾਇਰਾਇਡ ਰੋਗ ਦੇ ਇਲਾਜ ਵਿੱਚ ਆਇਓਡੀਨ ਦੇ ਸਮਸਥਾਨਿਕ ਦੀ ਵਰਤੋਂ ਹੁੰਦੀ ਹੈ। ਪ੍ਰਸ਼ਨ ਨੰਬਰ 9, Na+ ਦੇ ਪੂਰੀ ਤਰ੍ਹਾਂ ਭਰੇ ਹੋਏ K ਅਤੇ L ਸੈੱਲ ਹੁੰਦੇ ਹਨ। ਵਿਆਖਿਆ ਕਰੋ। ਉੱਤਰ, ਸੋਡੀਅਮ ਦੀ ਇਲੈਕਟ੍ਰਾਨੀ ਤਰਤੀਬ Na Z = 11 2,8,1। ਅੱਗੇ ਸੋਡੀਅਮ ਆਇਨ ਦੀ ਇਲੈਕਟ੍ਰਾਨੀ ਤਰਤੀਬ Na+ Is = 2,8। ਇਸ ਲਈ Na+ ਆਇਨ ਦੇ K2 ਅਤੇ K8 ਪੂਰੇ ਭਰੇ ਹੋਏ ਹਨ। ਪ੍ਰਸ਼ਨ ਨੰਬਰ 4, ਹੇਠ ਲਿਖੇ ਕਥਨ ਵਿੱਚ ਗਲਤ ਲਈ F ਅਤੇ ਸਹੀ ਲਈ T ਲਿਖੋ। ਊੜਾ। ਜੇ ਥਾਮਸਨ ਨੇ ਸੁਝਾਅ ਦਿੱਤਾ ਸੀ ਕਿ ਪਰਮਾਣੂ ਦੇ ਨਿਊਕਲੀਅਸ ਵਿੱਚ ਸਿਰਫ ਨਿਊਕਲੀਅਜ ਹੁੰਦੇ ਹਨ। ਉੱਤਰ ਹੈਗਾ F, ਮਤਲਬ ਗਲਤ। F ਦਾ ਮਤਲਬ ਗਲਤ। ਆੜਾ। ਇੱਕ ਇਲੈਕਟ੍ਰਾਨ ਅਤੇ ਪ੍ਰੋਟਾਨ ਮਿਲ ਕੇ ਨਿਊਟਰਾਨ ਦਾ ਨਿਰਮਾਣ ਕਰਦੇ ਹਨ। ਇਸ ਲਈ ਇਹ ਅਣਚਾਰਜਿਤ ਹੋ ਜਾਂਦਾ ਹੈ। ਉੱਤਰ ਹੈਗਾ F। ਈਡੀ। ਇਲੈਕਟ੍ਰਾਨ ਦਾ ਪੁੰਜ ਪ੍ਰੋਟਾਨ ਨਾਲੋਂ ਲਗਭਗ ਗੁਣਾ 1/1837 ਹੁੰਦਾ ਹੈ। ਉੱਤਰ ਹੈਗਾ T। ਸੱਸਾ। ਆਇਓਡੀਨ ਦੇ ਸਮਸਥਾਨਿਕ ਦੀ ਵਰਤੋਂ ਟਿਕਚਰ ਆਇਓਡੀਨ ਬਣਾਉਣ ਵਿੱਚ ਹੁੰਦੀ ਹੈ। ਇਸ ਦੀ ਵਰਤੋਂ ਦਵਾਈ ਦੇ ਰੂਪ ਵਿੱਚ ਹੁੰਦੀ ਹੈ। ਉੱਤਰ ਹੈਗਾ F। ਪ੍ਰਸ਼ਨ ਸੰਖਿਆ 15, 16 ਅਤੇ 17 ਵਿੱਚ ਸਹੀ ਦੇ ਸਾਹਮਣੇ ਸਹੀ ਦਾ ਚਿੰਨ੍ਹ ਅਤੇ ਗਲਤ ਦੇ ਸਾਹਮਣੇ ਗਲਤ ਦਾ ਚਿੰਨ੍ਹ ਲਗਾਓ। ਪ੍ਰਸ਼ਨ ਨੰਬਰ 1, ਰਾਦਰਫੋਰਡ ਦਾ ਐਲਫਾ ਕਣ ਖਿੰਡਾਊ ਪ੍ਰਯੋਗ ਕਿਸ ਦੀ ਖੋਜ ਲਈ ਜ਼ਿੰਮੇਵਾਰ ਸੀ? ਊੜਾ ਪਰਮਾਣੂ ਨਿਊਕਲੀਅਸ। ਆੜਾ ਇਲੈਕਟ੍ਰਾਨ। ਈਡੀ ਪ੍ਰੋਟਾਨ। ਸੱਸਾ ਨਿਊਨ। ਉੱਤਰ ਹੈਗਾ ਊੜਾ ਪਰਮਾਣੂ ਨਿਊਕਲੀਅਸ। ਪ੍ਰਸ਼ਨ
ਇੱਕ ਤੱਤ ਦੇ ਸਮਾਸਥਾਨਿਕ ਵਿੱਚ ਹੁੰਦੇ ਹਨ। ਊੜਾ ਸਮਾਨ ਭੌਤਿਕ ਗੁਣ, ਆੜਾ ਭਿੰਨ ਰਸਾਇਣਿਕ ਗੁਣ, ਈੜੀ ਨਿਊਟਰਾਨਾਂ ਇੱਥੇ ਟੈਂਕ ਆਊਗਾ ਨਿਊਟਰਾਨਾਂ ਦੀ ਵੱਖ-ਵੱਖ ਸੰਖਿਆ। ਸੱਸਾ ਭਿੰਨ ਪਰਮਾਣੂ ਸੰਖਿਆ। ਉੱਤਰ ਹੈਗਾ ਈੜੀ ਨਿਊਟਰਾਨਾਂ ਦੀ ਵੱਖ-ਵੱਖ ਸੰਖਿਆ। ਪ੍ਰਸ਼ਨ ਸੀਟੀ ਆਇਨ ਵਿੱਚ ਸੰਯੋਗਤਾ ਇਲੈਕਟ੍ਰਾਨਾਂ ਦੀ ਸੰਖਿਆ ਹੈ। ਊੜਾ 16, ਆੜਾ 8, ਈੜੀ 17, ਸੱਸਾ 18। ਉੱਤਰ ਹੈਗਾ ਆੜਾ 8। ਪ੍ਰਸ਼ਨ ਸੋਡੀਅਮ ਦੀ ਸਹੀ ਇਲੈਕਟ੍ਰਾਨ ਵੰਡ ਹੇਠ ਲਿਖਿਆਂ ਵਿੱਚੋਂ ਕਿਹੜੀ ਹੈ? ਊੜਾ 2,8, ਆੜਾ 8,2,1, ਈੜੀ 2,1,8, ਸੱਸਾ 2,8,1। ਉੱਤਰ ਹੈਗਾ ਸੱਸਾ। ਧੰਨਵਾਦ।